ਇੱਕ 14 ਸਾਲ ਜਿਹੜੀ ਜਨਾਨੀ ਨੇ ਕੰਮ ਕਰਿਆ ਹੋਸਟਲ ਦੇ ਵਿੱਚ ਉਹਨੂੰ ਕਰੈਕਟਰਲੈਸ ਕਹਿਣਾ ਇਹ ਬਹੁਤ ਗਲਤ ਗੱਲ ਹੈ। ਇੱਥੇ ਅਮੀਰ ਬੰਦਾ ਗਰੀਬ ਨੂੰ ਕੁਝ ਵੀ ਕਹਿ ਸਕਦਾ, ਇਹ ਨਹੀਂ ਜਰਾਂਗੇ ਅਸੀਂ, ਸਾਰੇ ਬਰਾਬਰ ਨੇ। ਸਟੂਡੈਂਟ ਥ੍ਰੈਟ ਕਰ ਰਹੇ ਆ ਵੀ ਜਾਂ ਤਾਂ ਤੁਸੀਂ ਪ੍ਰੋਟੈਸਟ ਚੱਕ ਲਓ, ਨਹੀਂ ਤਾਂ ਧਾਰਾ ਰੇੜੀ ਹੈ, ਪਰਚੇ ਰੇੜੀ ਨੇ। ਪਰ ਸਟੂਡੈਂਟ ਵੀ ਅੜੇ ਹੋਏ ਨੇ ਵੀ ਪਰਚਿਆਂ ਤੋਂ ਨਹੀਂ ਡਰਦੇ, ਨਾ ਪਰਚਿਆਂ ਤੋਂ ਪਹਿਲਾਂ ਡਰੇ ਸੀ, ਨਾ ਪਰਚਿਆਂ ਤੋਂ ਅੱਗੇ ਡਰਾਂਗੇ। ਪਰ ਜਿਹੜੀ ਲੜਾਈ ਹੈ ਅਸੀਂ ਪਿੱਛੇ ਨਹੀਂ ਹਟਦੇ। ਪਿੱਛੇ ਹਟਣ ਦਾ ਤਾਂ ਮਤਲਬ ਹੀ ਨਹੀਂ, ਬੀਜੇਪੀ ਵਾਲੇ ਹੋਣੇ ਜਿਹੜੇ ਪਿੱਛੇ ਹਟਦੇ ਹੋਣੇ, ਸਾਡੇ ਖੂਨ ਦੇ ਵਿੱਚ ਪਿੱਛੇ ਹਟਣਾ ਹੈ ਹੀ ਨਹੀਂ, ਕਿਉਂਕਿ ਇਹ ਪਹਿਲੀ ਪ੍ਰੋਟੈਸਟ ਨਹੀਂ ਹੈ, ਕੋਈ ਪਹਿਲੇ ਪਰਚੇ ਨਹੀਂ, ਪਰਚੇ ਪਹਿਲਾਂ ਵੀ ਬਹੁਤ ਹੋਏ ਨੇ। ਵੀ ਇਹ ਕਿੰਨੇ ਛੋਟੇ ਕਿਰਦਾਰ ਦੇ ਲੋਕ ਨੇ, ਕਿੰਨੀ ਛੋਟੀ ਸੋਚ ਦੇ ਲੋਕ ਨੇ ਜਿਹੜੇ ਕੁੜੀਆਂ ਨੂੰ ਬਰਾਬਰ ਨਹੀਂ ਸਮਝਦੇ ਮੁੰਡਿਆਂ ਦੇ, ਤੇ ਇਹਨਾਂ ਦੀ ਅਥਾਰਟੀ ਦੇ ਵੀ ਰਵੱਈਏ। ਕੱਲ ਇੱਕ ਇਹਨਾਂ ਦਾ ਅਥਾਰਟੀ ਦਾ DSW ਐਸੋਸੀਏਟ ਉਹ ਕਹਿੰਦਾ ਵੀ ਕੁੜੀਆਂ ਦੀ ਕੋਈ ਇਹਦੇ 'ਚ ਸਾਨੂੰ ਪਤਾ ਵੀ ਭਾਰਤੀ ਨਾਰੀ ਕਿੰਨਾ ਜ਼ੋਰ ਲਾ ਸਕਦੀ ਹੈ, ਇਹਦਾ ਤੁਸੀਂ ਪਿੱਛੇ ਮਗਰ ਪਏ ਹੋਏ। ਹੁਣ ਇੱਕ ਮੈਨੂੰ ਬਿਆਨ ਯਾਦ ਹੈ, ਮਨੋਹਰ ਲਾਲ ਖੱਟਰ ਨੇ ਕਿਹਾ ਵੀ ਸੀ ਗੱਡੀਆਂ ਤੇ ਕੁੜੀਆਂ ਬਰਾਬਰ ਹੈ। ਜਿਵੇਂ ਗੱਡੀਆਂ ਨੂੰ ਤੁਸੀਂ ਗਰਾਜ ਚੋਂ ਬਾਹਰ ਕੱਢੋਗੇ ਖਰੋਂਚ ਲੱਗ ਜੂਗੀ, ਕੁੜੀਆਂ ਨੂੰ ਵੀ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਕੁਝ ਹੋ ਜਾਊਗਾ। ਤੇ ਇਹ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਵੀ ਸਾਹਿਬ ਦਾ ਰਵੱਈਆ ਸੀ ਬੜਾ ਗਲਤ ਸੀਗਾ। ਪ੍ਰੈਸ਼ਰ ਉਹਨਾਂ ਦੇ ਪਤਾ ਨਹੀਂ ਕਿਹੜਾ ਪ੍ਰੈਸ਼ਰ ਪਿਆ, IG ਦਾ, DIG ਦਾ, ਕਿਸ ਦਾ ਪ੍ਰੈਸ਼ਰ ਪਿਆ। ਪਰ DSP ਸਾਹਿਬ ਨੂੰ ਇਹ ਚੇਤਾ ਹੋਣਾ ਚਾਹੀਦਾ ਵੀ ਕੁਰਸੀਆਂ ਸਦਾ ਨਹੀਂ ਰਹਿੰਦੀਆਂ, ਸਰਕਾਰਾਂ ਸਦਾ ਨਹੀਂ ਰਹਿੰਦੀਆਂ। ਜਦੋਂ ਸਰਕਾਰ ਦਾ ਤਖਤਾ ਪਲਟ ਹੋਊਗਾ ਕਰਾਰਾ ਜਵਾਬ ਦੇਵਾਂਗੇ DSP ਸਾਹਿਬ ਨੂੰ ਵੀ ਹੁਣੇ ਤਾਂ ਠੀਕ ਹੈ ਜੀ, ਜੋਸ਼ ਹੁੰਦਾ ਵਰਦੀ ਦਾ, ਬਟ ਉਹਨਾਂ ਨੂੰ ਆਪਣੀ ਗਰਿਮਾ ਦੇਖਣੀ ਚਾਹੀਦੀ ਹੈ, ਕਿਸੇ ਸਟੂਡੈਂਟ ਨਾਲ ਕੀ ਬਿਹੇਵ ਕਰਦੇ ਹੋ। ਇਹਨਾਂ ਨੇ ਤਾਂ ਸਾਫ਼ ਕਿਹਾ, ਇੱਕ ਔਨ ਰਿਕਾर्ड ਕਿਹਾ ਸੀ ਵੀ ਹਾਂ ਵੀ पंजाब हरियाणा के लोगों में इतना दम नहीं है कि मुझको हिला पाएंगे। ਤਾਂ ਕਿੰਨੀ ਸ਼ਰਮਨਾਕ ਗੱਲ ਹੈ। ਇਸੇ ਖਿਲਾਫ ਸਾਡੀ ਲੜਾਈ ਹੈ। ਤੁਸੀਂ ਕਿਸੇ ਨੂੰ ਰੀਜਨ ਬੇਸ ਤੇ ਇਹ ਨਹੀਂ ਕਹਿ ਸਕਦੇ। ਜਿੱਥੇ ਪੰਜਾਬ ਨੇ ਤਾਂ ਸਾਰੇ ਇੰਡੀਆ 'ਚ ਚਰਚੇ ਨੇ ਪੰਜਾਬ ਦੇ। ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਇੱਕ ਗੱਲ ਪੱਲੇ ਬੰਨ੍ਹ ਲਈ ਹੈ ਵੀ AVP ਨੂੰ ਜਿਤਾ ਕੇ ਰਹਿਣਾ ਹੈ, ਤੇ ਅਸੀਂ ਇਸ ਚੀਜ਼ ਦੇ ਖਿਲਾਫ ਹੈ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਓ, ਨਾ AVP ਕਦੇ ਜਿੱਤੀ ਹੈ, ਨਾ ਦੁਬਾਰਾ ਜਿੱਤੂਗੀ, ਨਾ ਜਿੱਤਣ ਦੇਵਾਂਗੇ। ਇੱਕ ਪਾਸੇ ਉਹ ਸਟੂਡੈਂਟ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ, ਦੂਜੇ ਪਾਸੇ ਕਹਿੰਦੇ ਪੰਜਾਬ ਯੂਨੀਵਰਸਿਟੀ ਇੱਕ ਚੰਗਾ ਇੰਸਟੀਟਿਊਸ਼ਨ ਹੈ। ਜੇ ਚੰਗਾ ਇੰਸਟੀਟਿਊਸ਼ਨ ਹੈ, ਸਟੂਡੈਂਟ ਨੂੰ ਪ੍ਰੋਟੈਸਟ ਤੇ ਕਿਉਂ ਬੈਠਣਾ ਪੈ ਰਿਹਾ ਹੈ? 25 ਦਿਨ ਕੋਈ ਪੜ੍ਹਾਈ ਦੇ ਸਫਰ ਹੋਈ ਹੈ ਸਟੂਡੈਂਟ ਦੀ, ਬਹੁਤ ਵੱਡਾ ਟਾਈਮ ਹੋ ਜਾਂਦਾ ਹੈ। TV ਪੰਜਾਬ ਤੁਸੀਂ ਦੇਖ ਰਹੇ ਹੋ ਤੇ ਮੈਂ ਤੁਹਾਡੇ ਨਾਲ ਜਗਵਿੰਦਰ ਸਿੰਘ। ਇਸ ਵੇਲੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਮੌਜੂਦ ਹਾਂ, ਜਿੱਥੇ ਕਿ ਬਹੁਤ ਦੂਰੋਂ ਜਿਹੜੇ ਵਿਦਿਆਰਥੀ ਨੇ ਪੜ੍ਹਨ ਦੇ ਲਈ ਜ਼ਰੂਰ ਆਉਂਦੇ ਨੇ, ਪਰ ਜੇਕਰ ਅੱਜ ਕੱਲ੍ਹ ਦੀ ਮੈਂ ਗੱਲ ਕਰਾਂ ਤਾਂ ਪੜ੍ਹਾਈ ਦੀ ਜਗ੍ਹਾ ਇਹ ਧਰਨੇ ਪ੍ਰਦਰਸ਼ਨਾਂ ਦੀ ਥਾਂ ਬਣਦੀ ਜਾ ਰਹੀ ਆ। NSUI ਦੇ ਵਿਦਿਆਰਥੀ ਨੇ ਜੋ ਕਿ ਪਿਛਲੇ ਮਹੀਨੇ ਤੋਂ ਕਹਿ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ, ਅਤੇ ਹੁਣ ਯੂਨੀਵਰਸਿਟੀ ਅਥਾਰਟੀ ਦੇ ਉੱਪਰ ਵੀ ਉਹਨਾਂ ਦੇ ਵੱਲੋਂ ਇਲਜ਼ਾਮ ਲਾਏ ਜਾ ਰਹੇ ਨੇ। ਤੁਸੀਂ ਇੱਥੇ ਤਸਵੀਰਾਂ ਦੇ ਵਿੱਚ ਮੈਂ ਤੁਹਾਨੂੰ ਦਿਖਾ ਦਾਂ ਜਿੱਥੇ ਵਿਦਿਆਰਥੀ ਨੇ ਜਿਹੜੇ NSUI ਦੇ ਲਗਾਤਾਰ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਪਰ ਇੱਥੇ ਹੀ ਦਿਨ ਰਾਤ ਉਹਨਾਂ ਦਾ ਇੱਕ ਹੋ ਰੱਖਿਆ, ਕਿਉਂਕਿ ਇੱਥੇ ਹੀ ਰਾਤਾਂ ਨੂੰ ਵੀ ਧਰਨੇ ਤੇ ਬੈਠੇ ਨੇ। ਗੱਦੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਥੇ ਸਟੂਸੀ ਜਿਹੜੀ ਜਗ੍ਹਾ ਜਿੱਥੇ ਆਮ ਤੌਰ ਤੇ ਇਸ ਤੋਂ ਪਹਿਲਾਂ ਤਸਵੀਰਾਂ ਵਾਇਰਲ ਹੋਈਆਂ ਸੀ ਕਿ ਪੁਲਿਸ ਮੁਲਾਜ਼ਮਾਂ ਦੇ ਵੱਲੋਂ ਕਿਸ ਤਰੀਕੇ ਦੇ ਨਾਲ ਜਿਹੜਾ ਤਸ਼ੱਦਦ ਆ ਉਹ ਵੀ ਢਾਇਆ ਗਿਆ ਸੀ। ਸੋ ਕੀ ਮੰਗਾਂ ਨੇ ਤੇ ਕਿਹੜੇ ਇਲਜ਼ਾਮ ਇਹਨਾਂ ਦੇ ਵੱਲੋਂ ਲਾਏ ਜਾ ਰਹੇ ਨੇ, ਗੱਲਬਾਤ ਕਰਾਂਗੇ। ਸਾਡੇ ਨਾਲ NSUI ਦੇ ਵਿਦਿਆਰਥੀ ਨੇ ਕੁਝ। ਬਾਈ ਜੀ, ਪਿਛਲੇ ਮਹੀਨੇ ਦੀ ਗੱਲ ਕਰੀਏ, ਲਗਾਤਾਰ ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ ਪਰ ਸੁਣਵਾਈ ਨਹੀਂ ਹੋ ਰਹੀ। ਇਹ ਜਗ੍ਹਾ ਉਹ ਹੈ ਜਿੱਥੇ ਬਹੁਤ ਵੱਖ-ਵੱਖ ਸੂਬਿਆਂ ਤੋਂ ਵਿਦਿਆਰਥੀ ਪੜ੍ਹਨ ਦੇ ਲਈ ਆਉਂਦੇ ਨੇ, ਪਰ ਅੱਜ ਕੱਲ੍ਹ ਧਰਨੇ ਪ੍ਰਦਰਸ਼ਨ ਦੀ ਜਗ੍ਹਾ ਬਣਦੀ ਜਾ ਰਹੀ ਆ। ਕੀ ਮਜਬੂਰੀ ਹੋਈ? ਪਿਛਲੇ ਮਹੀਨੇ ਤੋਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ, ਕੀ ਮੰਗਾਂ ਨੇ? ਬੇਸਿਕਲੀ ਜੇ ਅਸੀਂ 25 ਦਿਨ ਤੋਂ ਧਰਨੇ ਤੇ ਬੈਠੇ ਹਾਂ, 25 ਦਿਨ ਬਹੁਤ ਲੰਬਾ ਸਮਾਂ ਹੁੰਦਾ ਹੈ ਕਿਸੇ ਵੀ ਪ੍ਰੋਟੈਸਟ ਦੇ ਲਈ। 25 ਦਿਨ ਤੋਂ NSUI ਸਟੂਡੈਂਟ ਦੇ ਹੱਕਾਂ ਦੀ ਲੜਾਈ ਲੜ ਰਹੀ ਸੀ, ਸਟਾਫ ਦੇ ਹੱਕਾਂ ਦੀ ਲੜਾਈ ਲੜ ਰਹੀ ਸੀ। 4 ਨੰਬਰ ਹੋਸਟਲ ਦੀ ਵਾਰਡਨ ਹੈ ਤਮੰਨਾ ਸ਼ਰਾਵਤ, ਉਹਦੀ ਜਿਹੜੀ ਬਦਸਲੂਕੀ ਸੀ, ਡਿਕਟੇਟਰਸ਼ਿਪ ਸੀ ਦੀ ਸਟੂਡੈਂਟ ਦੇ ਪ੍ਰਤੀ, ਸਟਾਫ ਦੇ ਪ੍ਰਤੀ, ਉਹਦੇ ਖਿਲਾਫ ਅਸੀਂ ਲੜਾਈ ਲੜ ਰਹੇ ਸੀਗੇ। ਤੇ ਉਹ ਲੜਾਈ ਨੇ ਬੜੇ ਮੋੜ ਲਏ ਨੇ। ਉਸ ਮੋੜ ਦੇ ਵਿੱਚ ਬੱਚਿਆਂ ਦੇ ਪਰਚੇ ਵੀ ਹੋਏ ਨੇ, 11 ਸਟੂਡੈਂਟਸ ਤੇ ਜੇਲ੍ਹ ਵੀ ਜਾ ਕੇ ਆਏ ਨੇ, ਹੋਰ ਪਰਚੇ ਤਿਆਰ ਨੇ, ਤੇ ਥ੍ਰੈਟ ਕੀਤਾ ਜਾ ਰਿਹਾ ਵੀ ਤੁਸੀਂ ਪ੍ਰੋਟੈਸਟ ਚੱਕ ਲਓ ਤੇ ਨਹੀਂ ਤਾਂ ਅਸੀਂ ਤੁਹਾਡੇ ਖਿਲਾਫ ਪਰਚੇ ਹੋਰ ਦੇ ਦਾਂਗੇ, ਆ ਲੋਕਾਂ ਨੂੰ ਐਡ ਕਰ ਲਾਂਗੇ। ਤੇ ਬੜੀ ਗਲਤ ਗੱਲ ਹੈ। ਕਿਤੇ ਨਾ ਕਿਤੇ ਸਟੂਡੈਂਟ ਦੇ ਪ੍ਰੋਟੈਸਟ ਕਲਚਰ ਨੂੰ ਰੋਕਿਆ ਜਾ ਰਿਹਾ ਹੈ। ਕ੍ਰਿਟੀਕ ਹਰ ਥਾਂ ਚੰਗਾ ਹੁੰਦਾ ਹੈ। ਜੇ ਕ੍ਰਿਟੀਕ ਨਹੀਂ ਹੋਣਗੇ, ਆਪਾਂ ਕਿਸੇ ਵੀ ਗਵਰਨਮੈਂਟ ਨੂੰ ਜਾਂ ਕਿਸੇ ਵੀ ਅਥਾਰਟੀ ਨੂੰ ਦਬਾ ਨਹੀਂ ਸਕਦੇ, ਉਹਦੇ ਕੰਮ ਨੂੰ ਚੰਗਾ ਮਾੜਾ ਨਹੀਂ ਕਹਿ ਸਕਦੇ। ਅਸੀਂ ਅਥਾਰਟੀ ਦੇ ਰਵੱਈਏ ਤੋਂ ਬੜੇ ਪਰੇਸ਼ਾਨ ਹੈ। ਇੱਕ ਪਾਸੇ ਉਹ ਸਟੂਡੈਂਟ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੇ ਆ, ਦੂਜੇ ਪਾਸੇ ਕਹਿੰਦੇ ਪੰਜਾਬ ਯੂਨੀਵਰਸਿਟੀ ਇੱਕ ਚੰਗਾ ਇੰਸਟੀਟਿਊਸ਼ਨ ਹੈ। ਜੇ ਚੰਗਾ ਇੰਸਟੀਟਿਊਸ਼ਨ ਹੈ, ਸਟੂਡੈਂਟ ਨੂੰ ਪ੍ਰੋਟੈਸਟ ਤੇ ਕਿਉਂ ਬੈਠਣਾ ਪੈ ਰਿਹਾ ਹੈ? 25 ਦਿਨ ਕੋਈ ਪੜ੍ਹਾਈ ਦੇ ਸਫਰ ਹੋਈ ਹੈ ਸਟੂਡੈਂਟ ਦੀ, ਬਹੁਤ ਵੱਡਾ ਟਾਈਮ ਹੋ ਜਾਂਦਾ ਹੈ। ਤੇ ਦੂਜੇ ਪਾਸੇ ਹੁਣ ਇੱਕ ਧਰਨਾ ਪਰਸੋਂ ਲੱਗਿਆ, AVP ਪਾਰਟੀ ਨੇ ਧਰਨਾ ਲਾਇਆ, 22 ਘੰਟੇ ਦੇ ਵਿੱਚ 16 ਮੰਗਾਂ ਮੰਨ ਲੀਆਂ। ਮਤਲਬ ਪ੍ਰੀ ਪਲਾਨਡ ਧਰਨਾ ਸੀਗਾ, ਅਥਾਰਟੀ ਨੇ ਆਪ ਹੀ ਧਰਨਾ ਲਵਾਇਆ, ਆਪ ਹੀ ਧਰਨਾ ਲਵਾ ਕੇ ਆਪ ਹੀ ਚੁਕਾਤਾ, ਤੇ 16 ਮੰਗਾਂ ਜਿਹੜੀਆਂ ਜੈਨੂਇਨ ਵੀ ਨਹੀਂ ਸੀਗੀਆਂ ਉਹ ਸਾਰੀਆਂ ਮੰਗਾਂ ਮੰਨ ਲੀਆਂ। ਜੇ ਕੋਈ ਹੋਰ ਪਾਰਟੀ ਕੋਈ ਮੰਗ ਰੱਖਦੀ ਹੈ, ਛੋਟੀ ਹੋਵੇ ਵੱਡੀ ਹੋਵੇ, 10-10 ਦਿਨ ਉਹਨਾਂ ਨੂੰ ਸੁਣਦੇ ਨਹੀਂ ਹੈ। ਤੇ ਉਹ ਆਪ ਦੀ ਜਿਹੜੀ ਪੇਰੈਂਟ ਆਰਗੇਨਾਈਜੇਸ਼ਨ ਹੈ BJP, ਆਪ ਦੀ ਸਟੂਡੈਂਟ ਵਿੰਗ ਦੀ ਮੰਗਾਂ 22 ਘੰਟੇ ਦੇ ਵਿੱਚ ਮੰਨੀਆਂ ਵੀ ਸੁਣਨ ਵੀ ਆਏ। ਇਸ ਤੋਂ ਪਤਾ ਚੱਲਦਾ ਵੀ ਕਿੰਨਾ ਵੱਡਾ ਨੈਕਸਸ ਹੈ। VC ਨੇ, ਪੰਜਾਬ ਯੂਨੀਵਰਸਿਟੀ ਅਥਾਰਟੀ ਨੇ ਇੱਕ ਗੱਲ ਪੱਲੇ ਬੰਨ੍ਹ ਲਈ ਹੈ ਵੀ AVP ਨੂੰ ਜਿਤਾ ਕੇ ਰਹਿਣਾ ਹੈ, ਤੇ ਅਸੀਂ ਇਸ ਚੀਜ਼ ਦੇ ਖਿਲਾਫ ਹੈ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਓ, ਨਾ AVP ਕਦੇ ਜਿੱਤੀ ਹੈ, ਨਾ ਦੁਬਾਰਾ ਜਿੱਤੂਗੀ, ਨਾ ਜਿੱਤਣ ਦੇਵਾਂਗੇ। ਤੇ ਇਸੇ ਚੀਜ਼ ਦੇ ਖਿਲਾਫ ਸਟੂਡੈਂਟ ਦੀ ਲੜਾਈ ਸੀ। NSUI ਡਟ ਕੇ ਸਟੂਡੈਂਟ ਦੇ ਹੱਕਾਂ ਦੀ ਲੜਾਈ ਲੜਦੀ ਆਈ।
ਤੁਸੀਂ ਇਹ ਕਿਹਾ ਕਿ ਕਿਤੇ ਨਾ ਕਿਤੇ ਉਹਨਾਂ ਦਾ ਸਾਥ ਦਿੱਤਾ ਜਾ ਰਿਹਾ ਜਾਂ ਫਿਰ ਉਹਨਾਂ ਨੂੰ ਜਿਤਾਉਣ ਦੇ ਲਈ ਉਹੀ ਜਿਹਾ ਮਾਹੌਲ ਜਿਹੜਾ ਅਥਾਰਟੀ ਦੇ ਉੱਪਰ ਤੁਸੀਂ ਇਲਜ਼ਾਮ ਲਾ ਰਹੇ, ਮੈਂ ਉਸ ਤੇ ਵੀ ਆਉਂਗਾ, ਪਰ ਉਸ ਤੋਂ ਪਹਿਲਾਂ ਤੁਸੀਂ ਕਿਹਾ ਕਿ ਥ੍ਰੈਟ ਆ ਰਹੇ ਨੇ, ਕਿਹਨਾਂ ਦੇ ਵੱਲੋਂ ਆ ਰਹੇ ਨੇ? ਦੇਖੋ ਅਥਾਰਟੀ ਵੱਲੋਂ ਤੇ ਪੁਲਿਸ ਵੱਲੋਂ ਜਿਹੜਾ ਪੁਲਿਸ ਦਾ ਰਵੱਈਆ ਸੀ, ਡੀਐਸਪੀ ਸਾਹਿਬ ਦਾ ਰਵੱਈਆ ਸੀ, ਬੜਾ ਗਲਤ ਸੀਗਾ। ਪ੍ਰੈਸ਼ਰ ਉਹਨਾਂ ਦੇ ਪਤਾ ਨਹੀਂ ਕਿਹੜਾ ਪ੍ਰੈਸ਼ਰ ਪਿਆ, ਆਈਜੀ ਦਾ, ਡੀਆਈਜੀ ਦਾ, ਕਿਸ ਦਾ ਪ੍ਰੈਸ਼ਰ ਪਿਆ, ਪਰ ਡੀਐਸਪੀ ਸਾਹਿਬ ਨੂੰ ਇਹ ਚੇਤਾ ਹੋਣਾ ਚਾਹੀਦਾ ਵੀ ਕੁਰਸੀਆਂ ਸਦਾ ਨਹੀਂ ਰਹਿੰਦੀਆਂ, ਸਰਕਾਰਾਂ ਸਦਾ ਨਹੀਂ ਰਹਿੰਦੀਆਂ। ਜਦੋਂ ਸਰਕਾਰ ਦਾ ਤਖਤਾ ਪਲਟ ਹੋਊਗਾ, ਕਰਾਰਾ ਜਵਾਬ ਦੇਵਾਂਗੇ ਡੀਐਸਪੀ ਸਾਹਿਬ ਨੂੰ ਵੀ ਹੁਣੇ ਤਾਂ ਠੀਕ ਹੈ ਜੀ, ਜੋਸ਼ ਹੁੰਦਾ ਹੈ ਵਰਦੀ ਦਾ, ਬਟ ਉਹਨਾਂ ਨੂੰ ਆਪਣੀ ਗਰਿਮਾ ਦੇਖਣੀ ਚਾਹੀਦੀ ਹੈ। ਕਿਸੇ ਸਟੂਡੈਂਟ ਨਾਲ ਕੀ ਬਿਹੇਵ ਕਰਦੇ ਹੋ, ਇੱਕ ਵਾਰਡ ਦੇ ਕਾਉਂਸਲਰ ਨਾਲ ਤੁਸੀਂ ਕਿਵੇਂ ਬਿਹੇਵ ਕਰ ਰਹੇ ਹੋ। ਅਸੀਂ ਲੀਗਲੀ ਪ੍ਰੋਟੈਸਟ ਕਰ ਰਹੇ ਹਾਂ, ਸ਼ਾਂਤੀਪੂਰਵਕ ਪ੍ਰੋਟੈਸਟ ਹੈ। ਤੁਸੀਂ ਇਹ ਵੀ ਜ਼ਿਕਰ ਕੀਤਾ ਕਿ ਉਹਨਾਂ ਨੇ ਪਿਛਲੇ 24 ਘੰਟਿਆਂ ਦੇ ਵਿੱਚ 16 ਮੰਗਾਂ ਮਨਵਾ ਲਈਆਂ, ਇੱਕ ਨੈਕਸਸ ਚਲਾਇਆ ਜਾ ਰਿਹਾ, ਆਪ ਹੀ ਜਿਹੜਾ ਪਲਾਨ ਕੀਤਾ, ਪਹਿਲਾਂ ਧਰਨਾ ਦਿੱਤਾ ਤੇ ਉਸ ਤੋਂ ਬਾਅਦ ਮੰਗਾਂ ਵੀ ਮੰਨ ਲਈਆਂ ਗਿਆ। ਅਕਸਰ ਦੇਖਣ ਨੂੰ ਮਿਲਦਾ ਜਦੋਂ ਇਲੈਕਸ਼ਨ ਦਾ ਸਮਾਂ ਆਉਂਦਾ, ਸਿਆਸਤ ਦੀ ਗੱਲ ਕਰ ਲਈਏ ਜਾਂ ਪੀਯੂ ਦੀਆਂ ਇਲੈਕਸ਼ਨਾਂ ਦੀ ਗੱਲ ਕਰੀਏ, ਕਿ ਇਹੋ ਜਿਹੇ ਇਲਜ਼ਾਮ ਲੱਗਦੇ ਨੇ ਕਿ ਵਾਕਿਆ ਦੇ ਵਿੱਚ ਸੱਚਾਈ ਹੈ, ਕਿਉਂਕਿ ਜੇਕਰ ਦੂਸਰੀ ਪਾਰਟੀ ਦੇ ਕੋਲ ਜਾਵਾਂਗੇ ਉਹਨਾਂ ਦੇ ਵਿਦਿਆਰਥੀਆਂ ਨੇ ਇਹੀ ਕਹਿਣਾ ਕਿ ਇਹ ਤਾਂ ਹੁੰਦਾ ਰਹਿੰਦਾ ਅਕਸਰ ਜੇਕਰ ਆਪਾਂ ਦੇਖੀਏ। ਦੇਖੋ ਬਿਲਕੁਲ ਸੱਚਾਈ ਹੈ। ਹੁਣ ਸਟੂਡੈਂਟ ਸੈਂਟਰ ਦੇ ਘੱਟੋ ਘੱਟ 400-500 ਸਟੂਡੈਂਟਸ ਨੇ, ਤੁਸੀਂ ਕਿਸੇ ਨੂੰ ਰੈਂਡਮਲੀ ਪੁੱਛ ਲੋਗੇ ਤਾਂ ਉਹਨਾਂ ਨੇ ਇੱਕੋ ਗੱਲ ਕਹਿਣੀ ਹੈ ਵੀ ਜੋ ਏਬੀਵੀਪੀ ਦਾ ਰਵੱਈਆ ਹਮੇਸ਼ਾ ਤੋਂ ਖਿਲਾਫ ਰਿਹਾ ਸਟੂਡੈਂਟਸ ਦੇ। ਇੱਕ ਪਾਸੇ ਜਦੋਂ ਐਨਐਸਸੀ ਨੇ ਪ੍ਰੋਟੈਸਟ ਕਰੀ, ਸਾਰੀ ਪਾਰਟੀਆਂ ਨੇ ਸਮਰਥਨ ਦਿੱਤਾ ਹੈ। ਦੂਜੇ ਪਾਸੇ ਦੇਖਦੇ ਕਿ ਏਬੀਵੀਪੀ ਪਾਰਟੀ ਜਿਹੜੀ ਕਹਿੰਦੀ ਹੈ ਬੇਟੀ ਬਚਾਓ ਬੇਟੀ ਪੜਾਓ, ਪੂਰੇ ਹਰ ਇਲੈਕਸ਼ਨ ਇੰਡੀਆ ਦੇ ਵਿੱਚ, ਯੂਪੀ ਹੋਵੇ, ਉੱਤਰਾਖੰਡ ਹੋਵੇ, ਹੁਣ ਹਿਮਾਚਲ ਦੇ ਵੀ ਇਲੈਕਸ਼ਨ ਹੈਗੇ, ਚੰਡੀਗੜ੍ਹ ਇਲੈਕਸ਼ਨ ਸੀਗੇ, ਉਹਨਾਂ ਨੇ ਇੱਕੋ ਟੈਗਲਾਈਨ ਦਿੱਤੀ, ਬੇਟੀ ਬਚਾਓ ਬੇਟੀ ਪੜਾਓ। ਜਿੱਥੇ ਬੇਟੀਆਂ ਦੀ ਗੱਲ ਹੁੰਦੀ ਹੈ ਕੁੜੀਆਂ ਦੀ, ਉੱਥੇ ਉਹ ਅਗੇਂਸਟ ਖੜੇ ਆ ਕੁੜੀਆਂ ਦੇ। ਤੇ ਉਹਨਾਂ ਨੇ ਦਿਖਾਤਾ ਵੀ ਉਹਨਾਂ ਦੀ ਮਾਨਸਿਕਤਾ ਕੀ ਹੈ। ਸਿਰਫ ਪ੍ਰਚਾਰ ਦੇ ਲਈ ਉਹ ਕੁਝ ਵੀ ਯੂਜ਼ ਕਰ ਸਕਦੇ, ਇਨ ਰਿਐਲਿਟੀ ਉਹ ਕੁੜੀਆਂ ਦੇ ਖਿਲਾਫ ਖੜੇ ਆ। ਹੁਣ ਇੱਕ ਮੈਨੂੰ ਬਿਆਨ ਯਾਦ ਹੈ, ਮਨੋਹਰ ਲਾਲ ਖੱਟਰ ਨੇ ਕਿਹਾ ਵੀ ਸੀ ਗੱਡੀਆਂ ਤੇ ਕੁੜੀਆਂ ਬਰਾਬਰ ਹੈ। ਜਿਵੇਂ ਗੱਡੀਆਂ ਨੂੰ ਤੁਸੀਂ ਗਰਾਜ ਚੋਂ ਬਾਹਰ ਕੱਢੋਗੇ ਖਰੋਂਚ ਲੱਗ ਜੂਗੀ, ਕੁੜੀਆਂ ਨੂੰ ਵੀ ਘਰ ਤੋਂ ਬਾਹਰ ਨਹੀਂ ਜਾਣਾ ਚਾਹੀਦਾ ਕਿਉਂਕਿ ਉਹਨਾਂ ਨੂੰ ਕੁਝ ਹੋ ਜਾਊਗਾ। ਤੇ ਇਹ ਇਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ। ਇਹੀ ਇਹਨਾਂ ਦੀ ਸਟੂਡੈਂਟ ਵਿੰਗ ਹੈ ਜਿਹੜੀ ਪੇਰੈਂਟ ਆਰਗੇਨਾਈਜੇਸ਼ਨ ਦੀ, ਉਹਨਾਂ ਦੀ ਮਾਨਸਿਕਤਾ ਦਰਸਾਉਂਦੀ ਹੈ ਵੀ ਇਹ ਕਿੰਨੇ ਛੋਟੇ ਕਿਰਦਾਰ ਦੇ ਲੋਕ ਨੇ, ਕਿੰਨੀ ਛੋਟੀ ਸੋਚ ਦੇ ਲੋਕ ਨੇ, ਜਿਹੜੇ ਕੁੜੀਆਂ ਨੂੰ ਬਰਾਬਰ ਨਹੀਂ ਸਮਝਦੇ ਮੁੰਡਿਆਂ ਦੇ। ਤੇ ਇਹਨਾਂ ਦੀ ਅਥਾਰਟੀ ਦੇ ਵੀ ਰਵੱਈਏ, ਕੱਲ ਇੱਕ ਇਹਨਾਂ ਦਾ ਅਥਾਰਟੀ ਦਾ ਡੀਐਸਡਬਲਿਊ ਐਸੋਸੀਏਟ, ਉਹ ਕਹਿੰਦਾ ਵੀ ਕੁੜੀਆਂ ਦੀ ਕੋਈ ਇਹਦੇ 'ਚ ਸਾਨੂੰ ਪਤਾ ਵੀ ਭਾਰਤੀ ਨਾਰੀ ਕਿੰਨਾ ਜ਼ੋਰ ਲਾ ਸਕਦੀ, ਇਹਦਾ ਤੁਸੀਂ ਪਿੱਛੇ ਮਗਰ ਪਏ ਹੋ। ਉਹ ਟੈਗ ਦੇਖੋ ਕੀ ਕਹਿ ਰਹੇ ਵੀ ਸਾਡੀ ਇੰਡੀਆ ਦੀ ਜਿਹੜੀ ਜਨਾਨੀਆਂ ਲਾ ਲਓ, ਕੁੜੀਆਂ ਲਾ ਲਓ, ਲੇਡੀਜ਼ ਲਾ ਲਓ, ਤੁਸੀਂ ਉਹਨਾਂ ਨੂੰ ਇਹ ਕਹਿ ਰਹੇ ਹੋ ਵੀ ਇਹ ਕੁਝ ਨਹੀਂ ਕਰ ਸਕਦੀ, ਇਹਨਾਂ ਦੀ ਆਵਾਜ਼ ਨੂੰ ਹੋਰ ਦਬਾਓ। ਤੇ ਮਾਨਸਿਕਤਾ ਅਥਾਰਟੀ ਦੀ ਹੈ, ਸੇਮ ਮਾਨਸਿਕਤਾ ਹੈ ਵੀ ਅਸੀਂ ਆਪ ਦਾ ਧੱਕਾ ਚਲਾਵਾਂਗੇ। ਤੇ ਵਾਈਸ ਚਾਂਸਲਰ ਜਿਹੜੇ ਬੀਜੇਪੀ ਦੇ ਨੇ, ਇਹ ਬਨਾਰਸ ਹਿੰਦੂ ਯੂਨੀਵਰਸਿਟੀ ਤੋਂ ਨੇ, ਇਹਨਾਂ ਨੇ ਤਾਂ ਸਾਫ਼ ਕਿਹਾ, ਇੱਕ ਔਨ ਰਿਕਾर्ड किया सी भी हाँ भी पंजाब हरियाणा के लोगों में इतना दम नहीं है कि मुझको हिला पाएंगे। ਤਾਂ ਕਿੰਨੀ ਸ਼ਰਮਨਾਕ ਗੱਲ ਹੈ। ਇਸੇ ਖਿਲਾਫ ਸਾਡੀ ਲੜਾਈ ਹੈ। ਤੁਸੀਂ ਕਿਸੇ ਨੂੰ ਰੀਜਨ ਬੇਸ ਤੇ ਇਹ ਨਹੀਂ ਕਹਿ ਸਕਦੇ। ਜਿੱਥੇ ਪੰਜਾਬ ਨੇ ਤਾਂ ਸਾਰੇ ਇੰਡੀਆ 'ਚ ਚਰਚੇ ਨੇ ਪੰਜਾਬ ਦੇ। ਕਿਸਾਨ ਅੰਦੋਲਨ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਰੋਲ ਰਿਹਾ, ਹਰਿਆਣੇ ਦਾ ਬਹੁਤ ਵੱਡਾ ਰੋਲ ਰਿਹਾ। ਤੁਸੀਂ ਇਹ ਕਹਿੰਦੇ ਹੋ ਵੀ ਮੈਂ ਹਿਲਾ ਦੂੰਗਾ ਜੜ੍ਹਾਂ। ਇੱਕ ਬਨਾਰਸ ਦੇ ਬੰਦੇ ਤੋਂ ਜੇ ਵਾਈਸ ਚਾਂਸਲਰ ਨੂੰ ਜਿਹੜਾ ਪੱਖਪਾਤ ਕਰਦਾ, ਉਹਦੇ ਤੋਂ ਜੜ੍ਹਾਂ ਹਿਲਣੀ ਆਣੀ। ਸਟੂਡੈਂਟ ਦੀ ਤਾਕਤ ਬਹੁਤ ਜ਼ਿਆਦਾ ਹੁੰਦੀ ਹੈ। ਤੁਸੀਂ ਵਿਦਿਆਰਥੀ ਹੋ ਤੇ ਆਪਾਂ ਮੇਰੇ ਖਿਆਲ ਵਿਦਿਅਕ ਅਦਾਰੇ ਦੇ ਵਿੱਚ ਖੜੇ ਆਪਾਂ ਉਹਦੇ ਬਾਰੇ ਵੀ ਥੋੜੀ ਜਿਹੀ ਗੱਲ ਕਰ ਲਈਏ ਕਿ ਵਾਕਿਆ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੀ ਤਾਨਾਸ਼ਾਹੀ ਆ ਹੁਣ ਉਹ ਵਿਦਿਅਕ ਸੰਸਥਾਵਾਂ, ਵਿਦਿਅਕ ਅਦਾਰਿਆਂ 'ਚ ਪਹੁੰਚ ਚੁੱਕੀ ਹੈ? ਬਿਲਕੁਲ ਜੀ, ਪਹੁੰਚ ਚੁੱਕੀ ਹੈ। ਦੇਖੋ ਪੰਜਾਬ ਯੂਨੀਵਰਸਿਟੀ ਜਾਣਾ ਮਾੜਾ ਨਾਂ ਹੈ। ਲਾਹੌਰ ਤੋਂ ਯੂਨੀਵਰਸਿਟੀ ਆਈ ਸੀਗੀ, ਬਹੁਤ ਵੱਡਾ ਨਾਂ ਹੈ ਪੰਜਾਬ ਯੂਨੀਵਰਸਿਟੀ ਦਾ। ਪੰਜਾਬ ਯੂਨੀਵਰਸਿਟੀ ਵਿੱਚ ਤੁਸੀਂ ਮੰਨੋਗੇ ਪ੍ਰਧਾਨ ਮੰਤਰੀ ਵੀ ਇੱਥੇ ਪੜ੍ਹ ਕੇ ਗਿਆ। ਯੂਨੀਵਰਸਿਟੀ ਆਪ ਦੇ ਵਿੱਚ ਇਹੋ ਜਿਹਾ ਇੰਸਟੀਟਿਊਸ਼ਨ ਹੈ। ਨਾਰਥ ਦੇ ਵਿੱਚ ਪੰਜਾਬ ਯੂਨੀਵਰਸਿਟੀ ਦਾ ਪੂਰਾ ਬੋਲਬਾਲਾ ਰਿਹਾ ਹੈ, ਹਿਮਾਚਲ, ਪੰਜਾਬ, ਹਰਿਆਣਾ, ਦਿੱਲੀ ਤੱਕ ਤੋਂ। ਕਿਤੇ ਨਾ ਕਿਤੇ ਇੱਕ ਜਿਹੜਾ ਪ੍ਰੋਟੈਸਟ ਕਲਚਰ ਹੈ ਵੱਧਦਾ ਜਾ ਰਿਹਾ ਹੈ, ਪਿਛਲੇ 2-3 ਸਾਲ ਤੋਂ ਜ਼ਿਆਦਾ ਵੱਧ ਰਿਹਾ। ਕਿਉਂ? ਇਹਦਾ ਰੀਜ਼ਨ ਇਹ ਸੀਗਾ ਕਿਉਂਕਿ ਅਥਾਰਟੀ ਬੜੀ ਐਡਮਿੰਡ ਹੈ, ਅਥਾਰਟੀ ਬੜੀ ਰਿਜਿਡ ਹੈ। ਉਹ ਝੁਕਣ ਨੂੰ ਤਿਆਰ ਹੀ ਨਹੀਂ, ਉਹ ਗੱਲਾਂ ਸੁਣਨ ਨੂੰ ਵੀ ਨਹੀਂ ਤਿਆਰ। ਉਹ ਤਾਂ ਕਹਿੰਦੇ ਜਿਹੜੀ ਗੱਲ ਅਸੀਂ ਕਹਿਤੀ ਉਹ ਕਹਿਤੀ। ਇਹਦਾ ਕਿਤੇ ਨਾ ਕਿਤੇ ਇਹ ਦਰਸਾਉਂਦੇ ਵੀ ਸਟੂਡੈਂਟਸ ਨੂੰ ਇਹ ਮੁੱਦਿਆਂ ਤੋਂ ਭਟਕਾਉਣਾ ਚਾਹੁੰਦੇ ਨੇ। ਸਟੂਡੈਂਟਸ ਨੂੰ ਕਹਿੰਦੇ ਤੁਸੀਂ ਯੈਸ ਨੋ ਮੈਨ ਬਣ ਜਾਓ, ਤੁਸੀਂ ਇਹ ਨਾ ਪੁੱਛੋ ਕਿਉਂ ਤੇ ਕਿਵੇਂ। ਤੇ ਕਿਉਂ ਤੇ ਕਿਵੇਂ ਦੀ ਲੜਾਈ ਹੈ। ਇਹ ਲੜਾਈ ਇਸ ਚੀਜ਼ ਦੀ ਹੈ ਵੀ ਅਸੀਂ ਕੀ ਸਾਡੀਆਂ ਮੰਗਾਂ ਨੇ, ਆਪਣੇ ਰਾਈਟਸ ਦੀ ਲੜਾਈ ਹੈ। ਜੇ ਅਸੀਂ ਜੇ ਕਿਸੇ ਕੋਈ ਕੁਐਸਚਨ ਹੀ ਨਹੀਂ ਪੁੱਛਾਂਗੇ, ਜੇ ਅਸੀਂ ਖਿਲਾਫ ਹੀ ਆਵਾਜ਼ ਨਹੀਂ ਚੱਕਾਂਗੇ ਗਲਤ ਦੇ, ਤੇ ਸਾਡੇ 'ਚ ਤੇ ਹੋਰ ਜਿਹੜੇ ਯੂਨੀਵਰਸਿਟੀ ਕਾਲਜਾਂ ਦੇ ਸਟੂਡੈਂਟ ਪੜ੍ਹਦੇ ਆ ਪੰਜਾਬ, ਹਰਿਆਣਾ, ਹਿਮਾਚਲ, ਉਹਨਾਂ 'ਚ ਫਰਕ ਕੀ ਰਹਿ ਗਿਆ? ਫਿਰ ਆਪਾਂ ਪੰਜਾਬ ਯੂਨੀਵਰਸਿਟੀ ਨੂੰ ਵੱਖਰਾ ਕਿਉਂ ਕਹਿੰਦੇ ਹਾਂ? ਤਾਂ ਕਿਤੇ ਨਾ ਕਿਤੇ ਸਟੂਡੈਂਟ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਹੈ। ਇਹੋ ਜਿਹਾ ਕਲਚਰ ਪ੍ਰਮੋਟ ਕਰ ਰਹੇ ਆ ਵੀ ਜਿੱਥੇ ਸਟੂਡੈਂਟ ਆਪਦੀ ਆਵਾਜ਼ ਨਾ ਚੱਕੇ, ਉਹਨੂੰ ਡਰਾ ਕੇ ਰੱਖੋ ਵੀ ਉਹ ਡਰਿਆ ਰਹੂਗਾ ਤਾਂ ਕੱਲ ਨੂੰ ਉਹ ਜੇ ਵੱਡੇ ਲੈਵਲ ਤੇ ਵੀ ਜਾਊਗਾ। ਸਾਡੀ ਬੀਜੇਪੀ ਜਿਹੜੀ ਪਾਰਟੀ ਹੈ, ਇਹਨਾਂ ਦੀ ਬੀਜੇਪੀ ਪਾਰਟੀ, ਇਹ ਚਾਹੁੰਦੇ ਆ ਵੀ ਸਾਡੀ ਪਾਰਟੀ ਮੂਹਰੇ ਖੜੇ ਵੀ ਨਾ ਕੁਐਸਚਨ ਕਰੇ। ਤੁਸੀਂ ਵੀ ਜ਼ਿਕਰ ਕੀਤਾ ਕਿ ਇੱਥੇ ਡੀਐਸਪੀ ਸਾਹਿਬ ਆਏ, ਬਹੁਤ ਤਸ਼ੱਦਦ ਹੋਇਆ ਸਟੂਡੈਂਟ ਤੇ ਵਿਦਿਆਰਥੀਆਂ ਤੇ, ਵਾਲ ਫੜ ਉਹਨਾਂ ਨੂੰ ਲੈ ਕੇ ਗਏ, ਅਰੈਸਟ ਵੀ ਹੋਇਆ। ਉਸ ਮਾਮਲੇ ਦੇ ਵਿੱਚ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ ਕਿ FIR ਦਰਜ ਹੋਈ, ਪਰਚੇ ਦਰਜ ਹੋਏ ਅਤੇ ਉਸ ਤੋਂ ਬਾਅਦ ਕੀ ਜਿਹੜਾ ਨੌਜਵਾਨਾਂ ਨੂੰ ਛੱਡਿਆ ਗਿਆ ਸੀ। ਦੇਖੋ ਉਹਦੇ ਵਿੱਚ ਇਹਨਾਂ ਨੇ 2 FIR ਕਰੀਆਂ। ਇੱਕ FIR 'ਚ ਜ਼ਮਾਨਤ ਹੋ ਗਈ ਹੈ,
ਦੂਜੀ FIR ਹਜੇ ਪੈਂਡਿੰਗ ਹੈ, ਅਰੈਸਟ ਨਹੀਂ ਪਾਈ ਉਹਦੇ ਵਿੱਚ ਇਹਨਾਂ ਨੇ ਬੇਸਿਕਲੀ ਇਨਵੈਸਟੀਗੇਟ ਕਰ ਰਹੇ ਕਿਹੜੀਆਂ ਧਾਰਾਂ ਲਾਣੀਆਂ ਨੇ। 23 34 41 ਪੱਕੀ ਕਰੀਆਂ ਹੋਈਆਂ ਨੇ, 2-3 ਧਾਰਾ ਹੋਰ ਵੇਟ ਕਰ ਰਹੇ ਨੇ। ਬਟ ਦੇਖੋ ਕਿਤੇ ਨਾ ਕਿਤੇ ਕਿਵੇਂ ਥ੍ਰੈਟ ਕਰ ਰਹੇ ਆ, ਸਟੂਡੈਂਟ ਨੂੰ ਥ੍ਰੈਟ ਕਰ ਰਹੇ ਆ ਵੀ ਜਾਂ ਤਾਂ ਤੁਸੀਂ ਪ੍ਰੋਟੈਸਟ ਚੱਕ ਲਓ, ਨਹੀਂ ਤਾਂ ਧਾਰਾ ਰੈਡੀ ਆ, ਪਰਚੇ ਰੈਡੀ ਨੇ। ਬਟ ਸਟੂਡੈਂਟ ਵੀ ਅੜੇ ਹੋਏ ਨੇ ਵੀ ਪਰਚਿਆਂ ਤੋਂ ਨਹੀਂ ਡਰਦੇ, ਨਾ ਪਰਚਿਆਂ ਤੋਂ ਪਹਿਲਾਂ ਡਰੇ ਸੀ, ਨਾ ਪਰਚਿਆਂ ਤੋਂ ਅੱਗੇ ਡਰਾਂਗੇ। ਪਰ ਜਿਹੜੀ ਲੜਾਈ ਹੈ ਅਸੀਂ ਪਿੱਛੇ ਨਹੀਂ ਹਟਦੇ। ਪਿੱਛੇ ਹਟਣ ਦਾ ਤਾਂ ਮਤਲਬ ਹੀ ਨਹੀਂ। BJP ਵਾਲੇ ਹੋਣੇ ਜਿਹੜੇ ਪਿੱਛੇ ਹਟਦੇ ਹੋਣੇ, ਸਾਡੇ ਖੂਨ ਦੇ ਵਿੱਚ ਪਿੱਛੇ ਹਟਣਾ ਹੈ ਹੀ ਨਹੀਂ, ਕਿਉਂਕਿ ਇਹ ਪਹਿਲੀ ਪ੍ਰੋਟੈਸਟ ਨਹੀਂ ਹੈ, ਕੋਈ ਪਹਿਲੇ ਪਰਚੇ ਨਹੀਂ, ਪਰਚੇ ਪਹਿਲਾਂ ਵੀ ਬਹੁਤ ਹੋਏ ਨੇ। ਜਿੱਥੇ ਸਟੂਡੈਂਟ ਦੇ ਨਾਲ ਖੜਨ ਦੀ ਗੱਲ ਆਊਗੀ ਅਸੀਂ ਹਮੇਸ਼ਾ ਖੜਦੇ ਰਵਾਂਗੇ। ਇੱਕ 14 ਸਾਲ ਜਿਹੜੀ ਜਨਾਨੀ ਨੇ ਕੰਮ ਕਰਿਆ ਹੋਸਟਲ ਦੇ ਵਿੱਚ, ਉਹਨੂੰ ਕਰੈਕਟਰਲੈਸ ਕਹਿਣਾ ਇਹ ਬਹੁਤ ਗਲਤ ਗੱਲ ਹੈ। ਇੱਥੇ ਅਮੀਰ ਬੰਦਾ ਗਰੀਬ ਨੂੰ ਕੁਝ ਵੀ ਕਹਿ ਸਕਦਾ, ਇਹ ਨਹੀਂ ਜਰਾਂਗੇ ਅਸੀਂ। ਸਾਰੇ ਬਰਾਬਰ ਨੇ। ਕਲਾਸ ਸਿਸਟਮ ਦੇ ਖਿਲਾਫ ਵੀ ਅਸੀਂ ਹੈ ਵੀ ਕੋਈ ਕਿਸੇ ਕੋਲ 4 ਪੈਸੇ ਉਹ ਕਿਸੇ ਨੂੰ ਗਲਤ ਨਾ ਕਵੇ। ਤੁਸੀਂ DSP ਸਾਹਿਬ ਦਾ ਪਹਿਲਾਂ ਵੀ ਜ਼ਿਕਰ ਕੀਤਾ ਸੀ ਕਿ ਵਰਦੀ ਪਾ ਕੇ ਰੋਬ ਜਿਹੜਾ ਅਜ਼ਮਾਇਆ ਜਾ ਰਿਹਾ, ਜੋ ਤਸਵੀਰਾਂ ਸਾਹਮਣੇ ਆਈਆਂ ਸੀ, ਮੇਰੇ ਖਿਆਲ ਉਹਨਾਂ ਦਾ ਵੀ ਕੋਈ ਹੱਕ ਬਣਦਾ ਨਹੀਂ ਸੀ ਕਿ ਵਿਦਿਆਰਥੀਆਂ ਦੇ ਨਾਲ ਇਹ ਜਿਹਾ ਸਲੀਕਾ ਕੀਤਾ ਜਾਵੇ। ਤੁਸੀਂ ਇੱਥੇ ਮੌਜੂਦ ਹੋ, ਤੁਸੀਂ ਧਰਨਾ ਪ੍ਰਦਰਸ਼ਨ ਕਰ ਰਹੇ ਹੋ, ਇਹ ਤੁਹਾਡਾ ਹੱਕ ਸੀ ਕਿ ਇਸ ਤੋਂ ਬਾਅਦ ਜੇ ਤੁਸੀਂ ਖੁਦ ਕਹਿ ਰਹੇ ਹੋ ਕਿ ਵਰਦੀ ਪਾ ਕੇ ਉਹ ਰੋਜ਼ ਜਿਹੜਾ ਰੋਬ ਆ ਅਜ਼ਮਾ ਰਹੇ ਨੇ, ਕੋਈ ਹੋਰ ਰਸਤਾ ਦਿਖ ਰਿਹਾ ਕਿ ਜੇਕਰ ਪੁਲਿਸ ਵੀ ਸਾਥ ਨਹੀਂ ਦੇ ਰਹੀ ਜਾਂ ਫਿਰ ਅਜਿਹਾ ਤਸ਼ੱਦਦ ਪੁਲਿਸ ਕਰ ਰਹੀ ਹੈ, ਇਸ ਤੋਂ ਬਾਅਦ ਕੀ ਕਰੋਗੇ? ਕਿਉਂਕਿ ਆਲਰੇਡੀ 25 ਦਿਨ ਹੋ ਚੁੱਕੇ ਨੇ। ਦੇਖੋ ਪੰਜਾਬ ਯੂਨੀਵਰਸਿਟੀ, ਪਹਿਲੀ ਗੱਲ ਤਾਂ ਮੈਂ ਤੁਹਾਨੂੰ ਇੱਕ ਵਾਰ, ਮੈਂ ਕੈਮਰਾਮੈਨ ਨੂੰ ਕਹੂੰਗਾ ਇੱਕ ਵਾਰ ਦਿਖਾਇਓ, ਇੱਥੇ ਮਾਹੌਲ ਦਿਖਾ ਸਕਦੇ, ਸਾਰੇ ਸਟੂਡੈਂਟਸ ਨੇ। ਕਿਤੇ ਕੋਈ ਇਹ ਸਟੂਡੈਂਟ ਇਹੋ ਜਿਹੀ ਥਾਂ ਹੈ, ਇਹ S2C ਇਹੋ ਜਿਹੀ ਥਾਂ ਹੈ, ਬਾਹਰ ਤੋਂ ਵੀ ਲੋਕ ਰੋਟੀ ਖਾਣ ਵੀ ਆਉਂਦੇ ਆ। ਸਭ ਤੋਂ ਅਫੋਰਡੇਬਲ ਫੂਡ ਇੱਥੇ ਮਿਲਦਾ ਹੈ। ਇਹ ਕਲਚਰ ਹੀ ਹੈ, ਯੂਨੀਵਰਸਿਟੀ ਦੇ ਕਲਚਰ ਨੂੰ ਜੇ ਵਧਾਇਆ ਉਹ ਸਟੂਡੈਂਟ ਸੈਂਟਰ ਨੇ ਹੀ ਅੱਗੇ ਲੈ ਕੇ ਆਇਆ। ਜੇ ਆਪਾਂ ਇੱਥੇ ਪੁਲਿਸ ਕਲਚਰ ਵਧਾ ਦਾਂਗੇ, 20 ਪੁਲਿਸ ਵਾਲੇ ਇੱਥੇ ਰੱਖੇ ਹੋਏ ਨੇ, ਕਿਸੇ ਨੂੰ ਵੀ ਇਨਕੁਆਇਰੀ ਕਰੀ ਜਾਂਦੀ ਹੈ, ਚੈਕਿੰਗ ਕਰੀ ਜਾਂਦੀ ਹੈ। ਇਹ ਯੂਨੀਵਰਸਿਟੀ ਹੈ, ਇਹ ਪੜ੍ਹਨ ਲਈ ਆਏ ਨੇ। ਸਟੂਡੈਂਟਸ ਨੂੰ ਤੁਸੀਂ ਖਾਕੀ ਵਰਦੀ ਨਾਲ, ਇੰਡੀਅਨ ਟੈਂਡੈਂਸੀ ਹੈ ਖਾਕੀ ਵਰਦੀ ਜੇ ਆਪਾਂ ਦੇਖਦੇ ਹਾਂ ਸਾਡੇ ਮਨ 'ਚ ਡਰ ਮਹਿਸੂਸ ਹੁੰਦਾ, ਡਰ ਪੈਦਾ ਹੁੰਦਾ ਵੀ ਕੀ ਇਹ ਕਿਉਂ ਆਏ ਨੇ। ਤੇ ਯੂਨੀਵਰਸਿਟੀ ਵਿੱਚ ਪੁਲਿਸ ਦੀ ਕੋਈ ਇਨਵੋਲਵਮੈਂਟ ਨਹੀਂ ਹੋਣੀ ਚਾਹੀਦੀ। ਉਹ ਤਾਂ ਗਾਰਡ ਕਾਫੀ ਹੁੰਦੇ ਨੇ, ਜੇਕਰ ਅਜਿਹਾ ਕੁਝ ਹੁੰਦਾ ਜਾਂ ਕੋਈ ਖਰਾਬੀ ਹੁੰਦੀ ਆ ਯੂਨੀਵਰਸਿਟੀਆਂ ਵਿਦਿਅਕ ਅਦਾਰਿਆਂ ਦੇ ਵਿੱਚ, ਗਾਰਡ ਵੀ ਹੁੰਦੇ ਨੇ ਸਿਕਿਉਰਿਟੀ। ਬਿਲਕੁਲ, ਯੂਨੀਵਰਸਿਟੀ ਦੀ ਆਪਦੀ ਪਰਸਨਲ ਸਿਕਿਉਰਿਟੀ ਹੈ, ਫਿਰ ਪੁਲਿਸ ਵਾਲਿਆਂ ਦੀ ਕੀ ਲੋੜ ਹੈ। ਤੇ ਮੈਂ ਪੁਲਿਸ SSP ਸਾਹਿਬ ਨੂੰ ਮਿਲਿਆ ਸੀ, ਕੁਲਦੀਪ ਚਹਿਲ ਜੀ ਨੂੰ। ਮੈਂ ਉਹਨਾਂ ਨੂੰ ਮੰਗ ਵੀ ਰੱਖੀ ਸੀ ਯੂਨੀਵਰਸਿਟੀ ਦੇ ਵਿੱਚ ਪੁਲਿਸ ਦੀ ਇਨਵੋਲਵਮੈਂਟ ਘੱਟ ਤੋਂ ਘੱਟ ਕੀਤੀ ਜਾਵੇ, ਜਿਹੜਾ ਕਲਚਰ ਹੈ ਉਹਨੂੰ ਐਵੇਂ ਮੇਨਟੇਨ ਰੱਖਿਆ ਜਾਵੇ। ਕਿਉਂਕਿ ਜਦੋਂ ਪੁਲਿਸ ਦੀ ਇਨਵੋਲਵਮੈਂਟ ਹੁੰਦੀ ਹੈ ਸਟੂਡੈਂਟ ਡਰਦੇ ਨੇ, ਇੱਕ ਡਰ ਦਾ ਮਾਹੌਲ ਪੈਦਾ ਹੁੰਦਾ ਹੈ। ਇਲੈਕਸ਼ਨ ਬਹੁਤ ਟਾਈਮ ਪਹਿਲਾਂ ਤੋਂ ਚੱਲ ਰਹੇ ਨੇ। ਪਹਿਲਾਂ ਦਾ ਟਾਈਮ ਸੀ ਗੰਡਾਸੇ ਤਲਵਾਰਾਂ ਵੀ ਚੱਲਦੇ ਸੀਗੇ, ਡਾਂਗ ਸੋਟਾ ਵੀ ਸੀਗਾ, ਗੋਲੀਆਂ ਵੀ ਚੱਲੀਆਂ ਨੇ ਪੁਰਾਣੇ ਸਮੇਂ ਦੇ ਵਿੱਚ। ਕਦੇ ਵੀ ਐਵੇਂ ਦਾ ਨਹੀਂ ਹੋਇਆ ਵੀ ਇੰਨਾ ਡਰ ਮਹਿਸੂਸ ਕਰਾਇਆ ਹੋਵੇ ਸਟੂਡੈਂਟਸ ਨੂੰ। ਤੁਸੀਂ 24 ਘੰਟੇ ਪੁਲਿਸ ਵਾਲਿਆਂ ਨੂੰ ਇੱਥੇ ਨਾਲ ਰੱਖੋਗੇ ਸਟੂਡੈਂਟ ਨੂੰ ਡਰਾਉਣ ਲਈ, ਉਹਨਾਂ ਦੇ ਮਨ 'ਚ ਕਿਤੇ ਨਾ ਕਿਤੇ ਡਰ ਪੈਦਾ ਹੁੰਦਾ। ਪੁਲਿਸ ਦੀ ਲੋੜ ਨਹੀਂ ਹੁੰਦੀ, ਗੱਲਾਂ ਜਿਹੜੀਆਂ ਹੈਗੀਆਂ ਉਹ ਟੇਬਲ ਟਾਕ ਕਰਕੇ ਵੀ ਸੋਲਵ ਹੋ ਜਾਂਦੀ ਹੈ। ਬਟ ਇਹ ਸਟੂਡੈਂਟ ਦੇ ਮਨ 'ਚ ਡਰ ਪੈਦਾ ਕਰਨਾ ਚਾਹੁੰਦੇ ਆ, ਤੇ ਸਰਾਸਰ ਅਸੀਂ ਇਸ ਚੀਜ਼ ਦੇ ਖਿਲਾਫ ਹੈ। SSP ਸਾਹਿਬ ਨੇ ਵੀ ਕਿਹਾ, ਮੈਂ SHO ਨੂੰ ਤੇ DSP ਸੈਂਟਰਲ ਨੂੰ ਮੈਂ ਕਹਿਤਾ ਤੁਸੀਂ ਘੱਟ ਇਨਵੋਲਵ ਹੋ। ਬਟ ਅਥਾਰਟੀ ਹੈ, ਅਥਾਰਟੀ ਨੂੰ ਪਤਾ ਅਸੀਂ ਵੀਕ ਹੈ, ਅਥਾਰਟੀ ਚਾਹੁੰਦੀ ਹੈ ਵੀ ਇਹ ਜੇ ਖੁਦ ਆਪ ਵੀਕ ਨੇ, ਪੁਲਿਸ ਨੂੰ ਇਨਵੋਲਵ ਕਰਕੇ ਸਟੂਡੈਂਟ ਤੇ ਇੱਕ ਪ੍ਰੈਸ਼ਰ ਕ੍ਰੀਏਟ ਕਰਿਆ ਜਾਵੇ। ਤੇ ਇਹ ਸਭ ਇਹਨਾਂ ਦਾ ਇੱਕ ਪਲਾਨ ਹੈ, ਪ੍ਰੀ ਪਲਾਨ ਚੀਜ਼ਾਂ ਨੇ, ਸਿਰਫ ਆਪ ਦੀ ਜਿਹੜੀ ਸਟੂਡੈਂਟ ਆਰਗੇਨਾਈਜੇਸ਼ਨ ਉਹਨੂੰ ਸਪੋਰਟ ਕਰਨ ਦੀ। ਜਦੋਂ ਦੋ ਪਾਰਟੀਆਂ ਦਾ ਜ਼ਿਕਰ ਆਉਂਦਾ, ਤੁਸੀਂ NSUI ਤੇ ਦੂਸਰੀ ABVP ਦੀ ਮੈਂ ਗੱਲ ਕਰ ਲਾਂ, ਤਾਂ ਕਹਿੰਦੇ ਨੇ ਕਿ ਸੋਚਾਂ ਦੇ ਵਿੱਚ ਫਰਕ ਆ ਜਾਂਦਾ, 2 ਪੁਆਇੰਟ ਆਫ ਵਿਊ ਹੋ ਜਾਂਦੇ ਨੇ। ਪਰ ਜੇਕਰ ਮੈਂ ਤੁਹਾਡਾ ਹੁਣ ਅਗਲਾ ਪਲਾਨ ਜਾਣਨ ਦੀ ਕੋਸ਼ਿਸ਼ ਕਰਾਂ, ਕਿਉਂਕਿ 25 ਦਿਨ ਹੋ ਚੁੱਕੇ ਨੇ, ਤੁਸੀਂ ਕਹਿ ਕੇ ਟੇਬਲ ਟਾਕ ਦੇ ਜ਼ਰੀਏ ਤੁਸੀਂ ਸੁਲਝਾ ਸਕਦੇ ਹੋ, ਪਰ ਉਹ ਲੱਗਦਾ ਨਹੀਂ ਕਿ ਸੁਲਝ ਰਿਹਾ, ਕਿਉਂਕਿ ਜੇ ਸੁਲਝਣਾ ਹੁੰਦਾ ਹੁਣ ਤੱਕ ਸੁਲਝ ਜਾਂਦਾ। ਅਗਲਾ ਪਲਾਨ ਕੀ ਹੈ? ਦੇਖੋ 25 ਦਿਨ ਹੋ ਗਏ, ਪ੍ਰੋਟੈਸਟ ਨੇ ਨਵੇਂ ਮੋੜ ਲਏ ਨੇ। ਪ੍ਰੋਟੈਸਟ ਕੁੜੀਆਂ ਦੇ ਹੋਸਟਲ ਬਾਹਰ ਵੀ ਹੋਈ ਹੈ, ਬਾਰਿਸ਼ ਦੇ ਵਿੱਚ ਵੀ ਹੋਈ ਹੈ, VC ਸਾਹਿਬ ਦੇ ਘਰ ਦੇ ਬਾਹਰ ਵੀ ਹੋਈ ਹੈ, DSW ਦਫ਼ਤਰ ਵੀ ਹੋਈ, ਪਰਚੇ ਵੀ ਹੋਏ, ਦੁਬਾਰਾ VC ਨੂੰ ਘੇਰਿਆ, ਅੱਜ VC ਨੂੰ ਦੌੜਾਇਆ। VC ਨੂੰ ਅੱਜ 3 ਗੇਟ ਬੰਦ ਕਰਕੇ VC ਨੂੰ ਦੌੜਾਇਆ ਗਿਆ। ਅੱਜ NSUI ਦੇ ਸਟੂਡੈਂਟਸ ਨੇ, ਅੱਗੇ VC ਸੀ, ਪਿੱਛੇ ਸਟੂਡੈਂਟ ਸੀਗੇ। ਕਿਉਂ ਇੱਕ ਵਾਈਸ ਚਾਂਸਲਰ ਨੂੰ ਯੂਨੀਵਰਸਿਟੀ ਤੋਂ ਦੌੜਨਾ ਪੈ ਰਿਹਾ ਹੈ? ਉਹ ਆਪਦੇ ਆਪ ਨੂੰ ਖੱਬੀ ਖਾਨ ਕਹਿੰਦੇ ਹੈ, ਆਪਦੇ ਆਪ ਨੂੰ ਰਾਜਾ ਕਹਿੰਦੇ ਹੈ, ਤੇ ਉਹਨੂੰ ਡਰ ਦੇ ਮਾਰੇ ਕਿਉਂ ਦੌੜਨਾ ਪੈ ਰਿਹਾ? ਕਿਉਂਕਿ ਉਹ ਗਲਤ ਨੇ। ਕਿ ਸਟੂਡੈਂਟਸ ਨੂੰ ਉਹ ਪਿਆਰ ਨਾਲ ਗੱਲ ਨਹੀਂ ਕਰ ਸਕਦੇ, ਡੀਲ ਨਹੀਂ ਕਰ ਸਕਦੇ, ਕਿਉਂਕਿ ਉਹ ਗਲਤ ਨੇ, ਇਸ ਕਰਕੇ ਉਹ ਡੀਲ ਨਹੀਂ ਕਰਦੇ। ਤੇ ਪ੍ਰੋਟੈਸਟ ਅਗਲੇ ਦਿਨਾਂ ਦੇ ਵਿੱਚ ਨਇਆ ਰੂਪ ਲਊਗੀ। ਵੱਡੇ ਲੈਵਲ ਦੀ ਪ੍ਰੋਟੈਸਟ ਹੋਣ ਜਾ ਰਹੀ ਹੈ, ਕੋਈ ਨਾ ਕੋਈ ਵੱਡੀ ਪਲੈਨਿੰਗ ਦੇ ਨਾਲ ਅਸੀਂ ਟਾਰਗੇਟ ਕਰਾਂਗੇ। ਸਿਰਫ ਇਹ ਲੜਾਈ ਸਿਰਫ ਕਿਸੇ ਇਹ ਨਹੀਂ ਹੈਗੀ ਇੱਕ ਛੋਟੀ ਲੜਾਈ ਹੈ। ਇਸ ਲੜਾਈ ਵਿੱਚ ਬਹੁਤ ਜ਼ਿਆਦਾ ਸਟੂਡੈਂਟਸ ਇਨਵੋਲਵ ਨੇ। ਕਿਸੇ ਇੱਕ ਬੰਦੇ ਦੀ ਲੜਾਈ ਨਹੀਂ ਹੈ, ਲੜਾਈ ਸਾਰੇ ਗਰਲ ਸਟੂਡੈਂਟਸ ਦੀ ਹੈ, ਪੂਰੀ ਯੂਨੀਵਰਸਿਟੀ ਦੀ ਲੜਾਈ ਹੈ। ਕਿ ਇੱਕ ਪਾਸੇ BJP ਅਥਾਰਟੀ ਧੱਕਾ ਕਿੰਨਾ ਕਰ ਰਹੀ ਹੈ, ਸਟੂਡੈਂਟਸ ਨੇ ਵੀ, ਟੀਚਰਸ ਨੇ ਵੀ ਸਾਨੂੰ ਸਪੋਰਟ ਕਰਿਆ, ਸਟਾਫ ਮੈਂਬਰਸ ਨੇ ਵੀ ਸਾਨੂੰ ਸਪੋਰਟ ਕਰਿਆ। ਕਿਉਂਕਿ ਜਿਹੜੀ 13 ਇਲੀਗਲ ਟ੍ਰਾਂਸਫਰ ਹੋਈ ਹੈ, ਉਹਨਾਂ ਦਾ ਜਵਾਬ ਇਸ ਅਥਾਰਟੀ ਕੋਲ ਹੈ ਨਹੀਂ। ਤੇ ਜੇ ਅਸੀਂ ਆਵਾਜ਼ ਨਹੀਂ ਚੱਕੀ, ਕੱਲ ਨੂੰ ਹੋਰ ਸਟੂਡੈਂਟ ਨਾਲ ਗਲਤ ਹੋਊਗਾ, ਤੇ ਅਸੀਂ ਉਹ ਹੋਣਾ ਨਹੀਂ ਚਾਹੁੰਦੇ ਵੀ ਇਹੋ ਜਿਹੀ ਕੋਈ ਗੱਲ ਫਿਊਚਰ ਦੇ ਵਿੱਚ ਹੋਵੇ। ਸੋ ਇਹ ਸਨ ਸਾਡੇ ਨਾਲ NSUI ਦੇ ਵਿਦਿਆਰਥੀ ਨੇ, ਜੋ ਕਿ ਪਿਛਲੇ 25 ਦਿਨਾਂ ਤੋਂ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ, ਪਰ ਉਹਨਾਂ ਦੀਆਂ ਜਿਹੜੀਆਂ ਮੰਗਾਂ ਨੇ ਨਹੀਂ ਮੰਨੀਆਂ ਜਾ ਰਹੀਆਂ। ਪਰ ਅਖੀਰ ਦੇ ਵਿੱਚ ਇਹੀ ਦੇਖਣਾ ਹੋਵੇਗਾ ਕਿ ਜਿਹੜੇ ਦਿਨਾਂ ਦੇ ਵਿੱਚ ਇਹਨਾਂ ਨੂੰ ਪੁਲਿਸ ਦਾ ਤਸ਼ੱਦਦ ਦਾ ਸਾਹਮਣਾ ਕਰਨਾ ਪਿਆ, ਜਾਂ ਕਹਿ ਲਈਏ ਕਿ ਸਹਿਣਾ ਪਿਆ, ਕਿ ਆਖਿਰ ਕਦੋਂ ਤੱਕ ਇਹਨਾਂ ਦੀਆਂ ਮੰਗਾਂ, ਜਿਹੜੇ ਕਹਿ ਰਹੇ ਨੇ ਕਿ ਅਸੀਂ ਯੂਨੀਵਰਸਿਟੀ ਦੀ ਲੜਾਈ ਲੜ ਰਹੇ ਹਾਂ, ਕਿ ਕਦੋਂ ਤੱਕ ਇਹਨਾਂ ਦੀਆਂ ਮੰਗਾਂ ਮੰਨੀਆਂ ਜਾਣਗੀਆਂ। ਕੈਮਰਾਮੈਨ ਜਸਵਿੰਦਰ ਦੇ ਨਾਲ ਜਗਵਿੰਦਰ ਸਿੰਘ, TV ਪੰਜਾਬ, ਚੰਡੀਗੜ੍ਹ।